ਜਪਜੀ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਦੁੱਖ ਪਰ ਹਰਿ ਸੁਖ ਘਰ ਲੈ ਜਾਏ। ਦੁੱਖ ਦੂਰ ਕਰਕੇ ਤੇ ਸੁਖ ਘਰ ਲੈ ਜਾਓ। ਕਿਵੇਂ? ਮੈਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਸਾਰੇ ਹੀ ਇੱਕੋ ਯਤਨ ਕਰਦੇ ਹਾਂ ਕਿ ਸਾਨੂੰ ਹਰ ਤਰ੍ਹਾਂ ਦਾ ਸੁੱਖ ਮਿਲੇ ਤੇ ਕੋਈ ਦੁੱਖ ਨਾ ਆਵੇ। ਸਤਿਗੁਰੂ ਜੀ ਇਹੋ ਹੀ ਵਚਨ ਕਰਦੇ ਨੇ ਕਿ ਦੁੱਖ ਦੂਰ ਹੋਵੇ ਤੇ ਸੁੱਖ ਮਿਲੇ, ਪਰ ਮਿਲੇ ਕਿਵੇਂ? ਉਹਦੇ ਵਾਸਤੇ ਸਾਨੂੰ ਪਹਿਲੋਂ ਦੁੱਖ ਤੇ ਸੁੱਖ ਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ, ਉਹਦਾ ਵਿਸ਼ਲੇਸ਼ਣ ਕਰਕੇ ਉਹਦਾ ਅਰਥ ਸਮਝਣ ਦੀ ਲੋੜ ਹੈ, ਉਹਦਾ ਸਰੂਪ ਸਮਝਣ ਦੀ ਲੋੜ ਹੈ ਕਿ ਦੁੱਖ ਮੇਰੇ ਤਨ ਨੂੰ ਹੈ ਕਿ ਮੇਰੇ ਮਨ ਨੂੰ ਹੈ, ਤੇ ਜੇ ਦੁੱਖ ਹੈ ਤੇ ਦੁੱਖ ਦਾ ਕਾਰਨ ਕੀ ਹੈ, ਫਿਰ ਉਹਦਾ ਨਿਵਾਰਨ ਕੀ ਹੈ। ਸੋ ਮੈਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਮਾਨਸਿਕ ਦੁੱਖ, ਮਨ ਤੇ ਤਨ ਦੇ ਦੋ ਪ੍ਰਕਾਰ ਦੇ ਦੁੱਖ ਨੇ। ਜਿਹੜੇ ਮਨ ਦੇ ਦੁੱਖ ਨੇ ਉਹਨਾਂ ਨੂੰ ਮਾਨਸਿਕ ਦੁੱਖ ਕਿਹਾ ਜਾਏਗਾ। ਮਾਨਸਿਕ ਦੁੱਖ ਜਿਹੜੇ ਨੇ ਉਹ ਦੁੱਖ ਸਾਨੂੰ ਤਾਂ ਵਿਆਪਦੇ ਨੇ ਕਿਉਂਕਿ ਅਸੀਂ ਵਿਚਾਰਵਾਨ ਨਹੀਂ ਬਣਦੇ, ਅਸੀਂ ਵਿਚਾਰਦੇ ਨਹੀਂ। ਗੁਰਬਾਣੀ ਵਿੱਚ ਪੰਜਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ ਪੀਜੈ। ਸਾਰੇ ਸੰਸਾਰ ਦੇ ਵਿੱਚ ਵਿਵੇਕ ਬੁੱਧੀ ਨਿਰਮਲ ਹੈ, ਉਹ ਬੁੱਧੀ ਸਰਵੋਤਮ ਹੈ। ਤੇ ਵਿਵੇਕ ਬੁੱਧੀ ਕਿਹਦੀ ਹੈ? ਵਿਚਾਰ ਵਾਲੇ ਦੀ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰ। ਉਹ ਵਿਚਾਰ ਆਪਾਂ ਵੀ ਕਰਨਾ ਸ਼ੁਰੂ ਕਰੀਏ, ਉਹ ਆਪਾਂ ਨਹੀਂ ਕਰਦੇ। ਆਪਾਂ ਵਿਚਾਰ ਰਹਿਤ ਹੁੰਦੇ ਆ, ਫਿਰ ਬਹੁਤ ਦੁੱਖ ਪਾਉਂਦੇ ਆ। ਤਨ ਨੂੰ ਵੀ ਦੁੱਖ ਸਾਡੇ ਵਿਚਾਰ ਰਹਿਤ ਹੋਣ ਕਰਕੇ ਬਹੁਤ ਸਾਰੇ ਪ੍ਰਾਪਤ ਹੁੰਦੇ ਨੇ, ਪਰ ਮਨ ਨੂੰ ਤਾਂ ਵਿਸ਼ੇਸ਼ ਰੂਪ ਵਿੱਚ ਵਿਚਾਰ ਰਹਿਤ ਹੋਣ ਕਰਕੇ ਸਾਨੂੰ ਦੁੱਖ ਆਉਂਦੇ ਨੇ। ਕਿਵੇਂ? ਸਾਧ ਸੰਗਤ ਜੀ, ਆਪਾਂ ਸਾਰੇ ਹੀ ਪੁੱਤਰ ਮੰਗ ਕੇ ਲੈਂਦੇ ਆ। ਜੇ ਨਹੀਂ ਮਿਲਦਾ ਤੇ 5 7 10 ਧੀਆਂ ਬਣਾ ਦਿੰਦੇ ਆ ਪੁੱਤਰ ਲੈਂਦੇ ਲੈਂਦੇ। ਵੈਸੇ ਜਿਨ੍ਹਾਂ ਨੂੰ ਇੱਕ ਮਿਲ ਜਾਵੇ ਉਹ ਜੋੜੀ ਰਲਾਉਂਦੇ ਰਲਾਉਂਦੇ ਹੀ 5 7 ਹੋਰ ਨਾਲਗਾਂ ਬਣਾ ਦਿੰਦੇ ਨੇ। ਪੁੱਤਰ ਕਿਉਂ ਲੈਂਦੇ ਆ? ਕਿਉਂ ਪੁੱਤਰ ਚਾਹੀਦਾ ਮੈਨੂੰ? ਬਹੁਤ ਘੱਟ ਲੋਕਾਂ ਨੇ ਇੰਨਾ ਸੋਚਿਆ ਹੁੰਦਾ। ਬਹੁਤਿਆਂ ਨੂੰ ਤਾਂ ਮਾਪਿਆਂ ਨੇ ਆਖਿਆ ਹੁੰਦਾ ਤੇਰੇ ਘਰ ਪੁੱਤਰ ਚਾਹੀਦਾ, ਪੁੱਤਰ ਚਾਹੀਦਾ, ਪੁੱਤਰ ਚਾਹੀਦਾ। ਉਹ ਇੱਕ ਐਸੀ ਸਾਡੀ ਬੁੱਧੀ ਪਰਿਵਰਤਿਤ ਕੀਤੀ ਹੁੰਦੀ ਹੈ ਤੇ ਸਾਡੀ ਸੋਚ ਇੰਨੀ ਇਹੋ ਜਿਹੀ ਸੰਕੀਰਣ ਬਣਾ ਦਿੱਤੀ ਹੁੰਦੀ ਹੈ ਕਿ ਅਸੀਂ ਓਨਾ ਕੁਛ ਹੀ ਸੋਚਣਾ। ਜਿਵੇਂ ਟਾਂਗੇ ਵਾਲੇ ਘੋੜੇ ਨੂੰ ਖੋਪੇ ਲੱਗੇ ਹੁੰਦੇ ਨੇ ਨਾ, ਉਹ ਆਸੇ ਪਾਸੇ ਵੇਖ ਹੀ ਨਹੀਂ ਸਕਦਾ। ਸਾਡਾ ਵੀ ਇਹੋ ਹੀ ਹਾਲ ਹੋ ਜਾਂਦਾ। ਜੇ ਮਾਪਿਆਂ ਤੋਂ ਗੱਲ ਅਸੀਂ ਨਾ ਵੀ ਭਲਾ ਪਰਵਾਹ ਕਰੀਏ ਤੇ ਆਂਢੀ ਗੁਆਂਢੀ ਸੱਜਣ ਮਿੱਤਰ ਰਿਸ਼ਤੇਦਾਰ ਉਹ ਨਹੀਂ ਟਿਕਣ ਦਿੰਦੇ। ਤੇਰੇ ਘਰ ਮੁੰਡਾ ਕਿਉਂ ਨਹੀਂ ਹੋਇਆ? ਇੰਨੇ ਮਹੀਨੇ ਹੋ ਗਏ ਨੇ, ਸਾਲ ਵੀ ਨਹੀਂ ਲੰਘੇ ਹੁੰਦੇ, ਇੰਨੇ ਮਹੀਨੇ ਹੋ ਗਏ ਨੇ, ਅਜੇ ਤੱਕ ਬੱਚਾ ਕਿਉਂ ਨਹੀਂ ਹੋਇਆ? ਲੋੜਾ ਆ ਗਿਆ। ਵਿਆਹ ਸਿਰਫ ਨਿਆਣੇ ਪੈਦਾ ਕਰਨ ਵਾਸਤੇ ਹੀ ਕਰਵਾਇਆ ਸੀ ਕਿ ਜੀਵਨ ਸੁਖੀ ਚਲਾਉਣ ਵਾਸਤੇ? ਉਹ ਕੋਈ ਨਹੀਂ ਆਂਦਾ ਕਿ ਤੇਰਾ ਜੀਵਨ ਸੁਖੀ ਕਿਉਂ ਨਹੀਂ ਚੱਲਦਾ, ਕਿਉਂ ਤੁਸੀਂ ਆਪਸ 'ਚ ਪਤੀ ਪਤਨੀ ਲੜਦੇ ਹੋ, ਤੁਸੀਂ 4 ਦਿਨ ਕੋਈ ਖੁਸ਼ੀਆਂ ਮਨਾਓ, ਸੈਰ ਮੇਲਾ ਕਰੋ ਨਾ। ਉਹ ਕਿਸੇ ਨੇ ਨਹੀਂ ਆਖਣਾ ਫਟਾਫਟ ਦਰਜਨਾਂ ਨਿਆਣਿਆਂ ਦੀ ਲਾਈਨ ਲਾ ਦੇ ਇੱਥੇ। ਉਹੋ ਜਿਹਾਂ ਦੇ ਕਹੇ ਤੋਂ ਆਪਾਂ ਪ੍ਰਭਾਵਿਤ ਹੋ ਕੇ ਤੇ ਆਪਾਂ ਬੱਚੇ ਬਣਾਉਣ ਤੁਰ ਪੈਂਦੇ ਹਾਂ। ਤੇ ਬੱਚੇ ਵਿੱਚ ਵੀ ਸਾਨੂੰ ਪੁੱਤਰ ਚਾਹੀਦਾ, ਹਰ ਹਾਲਤ ਵਿੱਚ ਪੁੱਤਰ ਚਾਹੀਦਾ। ਕਿਉਂ ਚਾਹੀਦਾ ਇਹ ਨਹੀਂ ਪਤਾ। ਫਿਰ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਸੋਝੀ ਹੈ ਉਹਨਾਂ ਨੂੰ ਤੇ ਹੁੰਦਾ ਕਿ ਮੇਰਾ ਪੁੱਤਰ ਹੋਏਗਾ ਤੇ ਮੇਰੀ ਵੰਸ਼ ਚੱਲੇਗੀ। ਕੁਛ ਨੂੰ ਇਹ ਹੁੰਦਾ ਕਿ ਮੇਰਾ ਪੁੱਤਰ ਹੋਵੇਗਾ ਤੇ ਬੁਢਾਪੇ ਵਿੱਚ ਮੇਰੀ ਸੰਭਾਲ ਕਰੇਗਾ। ਤੇ ਪਰ ਬਹੁਤੇ ਤਾਂ ਵੈਸੇ ਹੀ ਇੱਕ ਉਸ ਗੱਲ ਦੇ ਵਿੱਚ ਹਾਂ ਪੁੱਤਰ ਜ਼ਰੂਰ ਚਾਹੀਦਾ। ਸੋ ਗੁਰੂ ਕਿਰਪਾ ਕਰਦਾ, ਬਹੁਤ ਸਾਰਿਆਂ ਨੂੰ ਪੁੱਤਰ ਦਿੰਦਾ ਵੀ ਹੈ ਨਾ। ਜਦੋਂ ਪੁੱਤਰ ਹੋ ਜਾਂਦਾ ਹੈ ਫਿਰ ਆਪਾਂ ਇੰਨਾ ਚਾਅ ਇੰਨਾ ਲਾਡ ਕਰਦੇ ਹਾਂ ਕਿ ਉਸ ਪੁੱਤਰ ਦਾ ਆਪਾਂ ਦਿਮਾਗ ਖਰਾਬ ਕਰ ਦਿੰਦੇ। ਲਾਡ ਤੇ ਚਾਅ ਨਾਲ ਉਸ ਪੁੱਤਰ ਨੂੰ ਇੰਨਾ ਵਿਗਾੜ ਦਿੰਦੇ ਹਾਂ, ਇੰਨੀਆਂ ਭੈੜੀਆਂ ਚੀਜ਼ਾਂ, ਸਿਹਤ ਵਾਸਤੇ ਨੁਕਸਾਨਦੇਹ ਚੀਜ਼ਾਂ ਖਾਣ ਨੂੰ ਦਿੰਦੇ ਹਾਂ, ਇੰਨੀਆਂ ਪੁੱਠੀਆਂ ਆਦਤਾਂ ਪਾ ਦਿੰਦੇ ਹਾਂ ਕਿਉਂਕਿ ਚਾਵਾਂ ਨਾਲ ਲਿਆ ਨਾ ਪੁੱਤਰ, ਉਹ ਮੰਗ ਮੰਗ ਕੇ ਲਿਆ। ਤੇ ਉਹਨੂੰ ਮਨਾ ਨਹੀਂ ਕਰਨਾ ਕਿਸੇ ਗੱਲ ਤੋਂ, ਭਾਵੇਂ ਉਹਦੀ ਜ਼ਿੰਦਗੀ ਬਰਬਾਦ ਹੋ ਜਾਏ, ਉਹਦੀ ਕੋਈ ਪਰਵਾਹ ਨਹੀਂ, ਇਹਨਾਂ ਸੋਚਣਾ ਹੀ ਨਹੀਂ। ਤੇ ਜੇ ਕਿਤੇ ਇਹ ਕੰਮ ਮਾਪਿਆਂ ਤੋਂ ਰਹਿ ਹੀ ਜਾਵੇ
ਤੇ ਫਿਰ ਦਾਦਾ ਦਾਦੀ ਕਰ ਦਿੰਦੇ ਨੇ, ਨਾਨਾ ਨਾਨੀ ਕਰ ਦਿੰਦੇ ਨੇ, ਉਹ ਫੱਟੇ ਚੱਕ ਦਿੰਦੇ ਨੇ ਕਿ ਹੈ ਮੇਰੇ ਪੋਤਰੇ ਪੋਤਰੀ ਨੂੰ ਲੈ ਇਹਨੂੰ ਚਾਕਲੇਟ, ਇਹਨੂੰ ਬਰਫੀ, ਇਹਨੂੰ ਆਹ ਕਿਉਂ ਨਹੀਂ ਮਿਲਿਆ, ਇਹਨੂੰ ਮੈਂ ਦਿੰਦਾ। ਆਹ ਕਾਕਾ ਕਾਕੀ ਉਹ ਜਿਉਂ ਲੱਗਦੇ ਨੇ ਆਪਣੇ ਪੋਤਰ ਪੋਤਰੀਆਂ ਨੂੰ ਕਰਨ, ਖਾਸ ਕਰਕੇ ਪੋਤਰਿਆਂ ਨੂੰ ਬਹੁਤਾ। ਇਸ ਗੱਲੋਂ ਪਤੀ ਪਤਨੀ ਦੇ ਵਿੱਚ ਵੀ ਆਪਸ ਵਿੱਚ ਵੀ ਲੜਾਈ ਵੱਧਦੀ ਹੈ ਤੇ ਉਧਰੋਂ ਨੂੰਹ ਦੀ ਸੱਸ ਸਹੁਰੇ ਨਾਲ ਵੀ ਲੜਾਈ ਵੱਧਦੀ ਹੈ, ਕਿਉਂਕਿ ਜੇ ਨੂੰਹ ਅਕਲਮੰਦ ਹੋਵੇ ਤਾਂ ਨੂੰਹ ਚਾਹੁੰਦੀ ਹੈ ਕਿ ਮੇਰਾ ਬੱਚਾ ਜਿਹੜਾ ਉਹਨੂੰ ਪੁੱਠੀਆਂ ਆਦਤਾਂ ਨਾ ਪੈਣ, ਗਲਤ ਚੀਜ਼ਾਂ ਨਾ ਦਿੱਤੀਆਂ ਜਾਣ। ਉਹ ਇਸ ਕਰਕੇ ਦਾਦੇ ਦਾਦੀ ਕੋਲ ਆਪਣੇ ਬੱਚੇ ਨੂੰ ਨਹੀਂ ਜਾਣ ਦਿੰਦੀ ਤੇ ਮਾਂ ਜਿਹੜੀ ਹੈ ਜਾਂ ਪਿਓ ਵੀ ਉਹ ਆਪਣੇ ਪੁੱਤਰ ਦੇ ਕੰਨ ਭਰ ਦਿੰਦੇ ਨੇ ਕਿ ਤੇਰੇ ਘਰ ਵਾਲੀ ਜਿਹੜੀ ਉਹ ਬਹੁਤ ਗਲਤ ਕਰਦੀ ਹੈ, ਉਹ ਬੱਚੇ ਨੂੰ ਸਾਡੇ ਕੋਲ ਨਹੀਂ ਆਉਣ ਦਿੰਦੀ। ਉਹਦੇ ਨਾਲ ਵੀ ਸਾਰੇ ਪਰਿਵਾਰ ਦੇ ਵਿੱਚ ਬਹੁਤ ਤਣਾਅ ਵੱਧਦਾ, ਕਲੇਸ਼ ਪੈਂਦਾ। ਜਦੋਂ ਪੁੱਤਰ ਜਵਾਨ ਹੁੰਦਾ, ਥੋੜਾ ਵੱਡਾ ਹੁੰਦਾ, ਫਿਰ ਉਹ ਫਿਰ ਪੁੱਤਰ ਹੁੰਦਾ, ਫਿਰ ਅਸੀਂ ਉਹਨੂੰ ਹੋਰ ਲਾਡਾਂ ਨਾਲ ਪਾਲਦੇ ਹਾਂ ਤੇ ਉਹਨੂੰ ਮਨਾ ਨਹੀਂ ਕਰਦੇ। ਤੇ ਜੇ ਮਨਾ ਕਰਦੇ ਹਾਂ ਤੇ ਉਹ ਹੁੰਦਾ ਨਹੀਂ। ਇੱਕ ਅਵਸਥਾ ਉਹ ਆਉਂਦੀ ਹੈ ਜਿੱਥੇ ਜਾ ਕੇ ਉਹ ਮਨਾ ਹੁੰਦਾ ਹੀ ਨਹੀਂ। ਫਿਰ ਜਦੋਂ ਜਵਾਨੀ ਚੜ੍ਹਦੀ 15-16 ਸਾਲ ਦੀ ਉਮਰ ਦੇ ਵਿੱਚ, ਫਿਰ ਤੇ ਗੱਲਾਂ ਹੀ ਹੋਰ ਨੇ। ਫਿਰ ਤੇ ਮੁੱਛ ਫੁੱਟਦੀ ਤੇ ਕਿਆ ਬਾਤ ਹੈ, ਇੱਧਰ ਫੂੰ ਫੂੰ, ਇੱਧਰ ਮੋਢਿਆਂ ਤੋਂ ਦੀ ਥੁੱਕਦਿਆਂ ਤੇ ਫਿਰ ਉਹਨੇ ਮਾਂ ਪਿਓ ਦੇ ਆਖੇ ਕਿੱਥੇ ਲੱਗਣਾ। ਪਰ ਮਾਂ ਪਿਓ ਨੇ ਉਹਦੀ ਸੇਵਾ ਫਿਰ ਕਰੀ ਹੀ ਜਾਣੀ ਹੈ, ਕਿਉਂਕਿ ਅਸੀਂ ਲਾਡਾ ਨਾਲ ਲਿਆ ਨਾ। ਫਿਰ ਜਦੋਂ ਹੋਰ ਹੋ ਗਿਆ 20-25 ਸਾਲ ਦਾ ਬੱਚਾ ਤੇ ਫਿਰ ਉਹਦਾ ਜੀ ਕਰੇਗਾ ਤੇ ਕੰਮ ਕਰੇਗਾ ਤੇ ਨਹੀਂ ਕਰੇਗਾ। ਫਿਰ ਮਾਤਾ ਪਿਤਾ ਦੁਖੀ ਹੁੰਦੇ ਨੇ। ਪਹਿਲੋਂ 15-16 ਸਾਲ ਦੀ ਉਮਰ 'ਚ ਦੁਖੀ ਹੁੰਦੇ ਨੇ ਕਿ ਸਾਡਾ ਬੱਚਾ ਜਿਹੜਾ ਉਹ ਆਖੇ ਨਹੀਂ ਲੱਗਦਾ, ਇਹ ਭੈੜੀ ਸੰਗਤ ਕਰਦਾ, ਬੱਚਾ ਮੰਨਦਾ ਨਹੀਂ। ਉਦੋਂ ਅਸੀਂ ਮਾਨਸਿਕ ਤੌਰ 'ਤੇ ਦੁਖੀ ਹੁੰਦੇ ਹਾਂ। ਅਸੀਂ ਇਹ ਨਹੀਂ ਪ੍ਰਵਾਨ ਕਰਦੇ ਕਿ ਇਹ ਬੱਚੇ ਨੂੰ ਇਹ ਆਦਤਾਂ ਅਸੀਂ ਪਾਈਆਂ ਨੇ ਕਿ ਤੂੰ ਕਾਕਾ ਆਖੇ ਨਹੀਂ ਲੱਗਣਾ, ਤੂੰ ਜੋ ਕਰੇ ਉਹ ਠੀਕ ਹੀ ਹੈ, ਤੂੰ ਤੇ ਮੁੰਡਾ ਹੋਇਆ ਨਾ। ਜੇ ਬੱਚਾ ਸਾਡਾ ਗਲਤ ਚੀਜ਼ਾਂ ਖਾ ਕੇ ਬਿਮਾਰ ਹੋ ਜਾਵੇ ਤੇ ਫਿਰ ਵੀ ਅਸੀਂ ਇਹ ਆਖਾਂਗੇ ਹਾਂ ਉਹ ਸਾਡਾ ਬੱਚਾ ਬਿਮਾਰ ਕਿਉਂ ਹੋ ਗਿਆ, ਡਾਕਟਰ ਜੀ ਦਵਾਈ ਦਿਓ ਜੀ। ਪਰ ਅਸੀਂ ਇਹ ਨਹੀਂ ਪ੍ਰਵਾਨ ਕਰਦੇ ਕਿ ਅਸੀਂ ਭੈੜੀਆਂ ਆਦਤਾਂ ਪਾਈਆਂ ਨੇ, ਕਿਉਂਕਿ ਆਪਾਂ ਵਿਚਾਰਵਾਨ ਨਹੀਂ ਹੈਗੇ, ਆਤਮ ਵਿਸ਼ਲੇਸ਼ਣ ਨਹੀਂ ਕਰਦੇ। ਜਦੋਂ ਬੱਚਾ ਵੱਡਾ ਹੋ ਕੇ ਕੰਮ ਨਹੀਂ ਕਰਦਾ ਫਿਰ ਆਪਾਂ ਬੈਠ ਕੇ ਰੋਂਦੇ ਹਾਂ, ਫਿਰ ਗੁਰਦੁਆਰੇ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਅਰਦਾਸਾਂ ਕਰਦੇ ਹਾਂ, ਮੇਰਾ ਬੱਚਾ ਆਖੇ ਨਹੀਂ ਲੱਗਦਾ, ਕੀ ਕਰੀਏ, ਇਹਨੂੰ ਸਮਝਾਓ ਜੀ ਕੁਛ। ਹੁਣ 25 ਸਾਲ ਤਾਂ ਤੁਸੀਂ ਉਹਨੂੰ ਇਹ ਆਦਤ ਪਾਈ ਕਿ ਤੂੰ ਸਮਝਣਾ ਨਹੀਂ, ਆਖੇ ਨਹੀਂ ਲੱਗਣਾ, ਤੇ ਹੁਣ ਮੁੜ ਕੇ 5 ਸਕਿੰਟਾਂ 'ਚ ਇਹਨੂੰ ਤੁਸੀਂ ਸਮਝਾ ਦਿਓ ਜੀ। ਇਹ ਸੁਭਾਅ ਹੈ ਆਪਣਾ ਸਾਰਿਆਂ ਦਾ ਹੀ, ਸਾਰਿਆਂ ਦਾ ਨਹੀਂ ਮਤਲਬ ਬਹੁਤ ਸਾਰਿਆਂ ਦਾ ਸਾਡਾ। ਅੱਛਾ, ਔਰ ਜਿਹੜੇ ਬੱਚੇ ਸਾਡੇ ਵਿਦੇਸ਼ ਵਿੱਚ ਚਲੇ ਜਾਂਦੇ ਨੇ, ਜਿਹੜੇ ਤੇ ਇੱਥੋਂ ਦੇ ਜੰਮਪਲ ਨੇ, ਉਹ ਵਿਦੇਸ਼ ਵਿੱਚ ਜਾ ਕੇ ਮਾਤਾ ਪਿਤਾ ਦੀ ਸੇਵਾ ਸਤਿਕਾਰ ਕਰਦੇ ਨੇ, ਕਿਉਂਕਿ ਉਹਨਾਂ ਦੇ ਸੰਸਕਾਰ ਹੋਰ ਨੇ। ਜਿਹੜੇ ਬੱਚੇ ਅਸੀਂ ਵਿਦੇਸ਼ ਵਿੱਚ ਜੰਮਦੇ ਹਾਂ ਤੇ ਪਾਲਦੇ ਹਾਂ, ਉਹਨਾਂ ਨੂੰ ਚਾਹੁੰਦੇ ਹਾਂ ਕਿ ਉਹਨਾਂ ਨੂੰ ਫਾਰਨ ਸਿਟੀਜ਼ਨ, ਵਿਦੇਸ਼ ਦੀ ਨਾਗਰਿਕਤਾ ਮਿਲ ਜਾਵੇ ਤੇ ਉਹ ਬੱਚੇ ਪੱਕੇ ਹੋ ਜਾਣ, ਉਹਨਾਂ ਦੇ ਸਾਰੇ ਅਸੀਂ ਵੀ ਪੱਕੇ ਹੋ ਜਾਈਏ। ਜਦੋਂ ਇਹ ਕੁਛ ਹੁੰਦਾ ਉਦੋਂ ਫਿਰ ਉਹ ਜਿਹੜੇ ਉੱਥੇ ਜੰਮੇ ਪਲੇ ਬੱਚੇ ਨੇ, ਉਹਨਾਂ ਬੱਚਿਆਂ 'ਚੋਂ ਤਾਂ ਕੋਈ ਵਿਰਲਾ ਹੀ ਹੈ ਜਿਹੜਾ ਮਾਂ ਪਿਓ ਦੀ ਸੇਵਾ ਕਰਦਾ ਹੋਵੇ, ਨਹੀਂ ਤਾਂ ਬਹੁਤੇ ਨਹੀਂ ਕਰਦੇ। ਮੈਂ ਅੱਜ ਦੀ ਪੰਜਾਬੀਆਂ ਦੀ, ਸਿੱਖਾਂ ਦੀ ਪੀੜ੍ਹੀ ਦੇ ਬਾਰੇ ਆਪ ਜੀ ਨੂੰ ਦੱਸ ਰਿਹਾ, ਜਿਨ੍ਹਾਂ ਦੇ ਬੱਚੇ ਜਵਾਨ ਨੇ, 20-25 ਸਾਲ ਦੇ ਨੇ, 30-35 ਸਾਲ ਦੇ ਵੀ ਨੇ, ਕਮਾਈ ਕਰਨ ਲੱਗ ਪਏ ਨੇ। ਇੱਕ ਉਹ ਨੇ ਜਿਹੜੇ ਅਜੇ ਕਮਾਈ ਨਹੀਂ ਕਰਦੇ ਤੇ ਇੱਕ ਉਹ ਨੇ ਜਿਹੜੇ ਕਮਾਈ ਕਰਨ ਲੱਗ ਪਏ ਨੇ। ਜਿਹੜੇ ਕਮਾਈ ਕਰਨ ਲੱਗ ਪਏ ਨੇ ਨਾ, ਉਹਨਾਂ ਨੂੰ ਦਾਦਾ ਦਾਦੀ ਤੇ ਮਾਤਾ ਪਿਤਾ ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਘਰ ਆਇਆਂ ਦੀ, ਬੱਚਿਆਂ ਦੀ ਸੇਵਾ ਕਰਦੇ ਨੇ, ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਮਾਤਾ ਪਿਤਾ ਦਾਦਾ ਦਾਦੀ ਨੂੰ ਚਾਅ ਹੁੰਦਾ, ਚਾਅ ਨਾਲ ਭੋਜਨ ਛਕਾਉਂਦੇ ਨੇ ਬੱਚਿਆਂ ਨੂੰ। ਪਰ ਬੱਚੇ ਕਾਹਦੇ ਲਈ ਆਉਂਦੇ ਨੇ? ਸਿਰਫ ਭੋਜਨ ਛਕਣ ਲਈ। ਉਹਨਾਂ ਕੋਲ ਦਾਦੇ ਦਾਦੀ ਲਈ, ਮਾਂ ਪਿਓ ਲਈ ਬਹਿ ਕੇ ਗੱਲ ਕਰਨ ਦਾ ਸਮਾਂ ਨਹੀਂ ਹੈਗਾ। ਆਪਣੇ ਫੋਨ ਤੋਂ, ਟੀਵੀ, ਵਟਸਐਪ, ਕੰਪਿਊਟਰ, ਇੰਟਰਨੈਟ ਤੇ ਆਪਣੇ ਕੈਰੀਅਰ ਬਣਾਉਣ ਤੋਂ, ਨੌਕਰੀ ਤੋਂ, ਉਹਨਾਂ ਕੋਲ ਮਾਂ ਪਿਓ ਵਾਸਤੇ ਸਮਾਂ ਹੀ ਨਹੀਂ ਗੱਲ ਕਰਨ ਦਾ। ਆਪਣੇ ਸੱਜਣਾ ਮਿੱਤਰਾਂ ਵਾਸਤੇ ਹੈਗਾ, ਮਾਤਾ ਪਿਤਾ ਵਾਸਤੇ ਨਹੀਂ, ਦਾਦਾ ਦਾਦੀ ਵਾਸਤੇ ਨਹੀਂ। ਜੇ ਮਾਤਾ ਪਿਤਾ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਭਾਈ ਅਸੀਂ ਤੁਹਾਨੂੰ ਪਾਲਿਆ ਤੇ ਤੁਸੀਂ ਕੁਛ ਸਾਡੀ ਗੱਲ ਵੀ ਮੰਨੋ, ਉਹ ਪਤਾ ਕੀ ਉੱਤਰ ਦਿੰਦੇ ਨੇ? ਧਿਆਨ ਨਾਲ ਸੁਣਿਓ ਜੇ,
क्योंकि तुहाडा भी सारिਆਂ ਦਾ जी करता कि असीं भी कनेडा अमरीका इंग्लैंड पहुँच गए तो आस्ट्रेलिया पहुँच के झंडे कढ़ दईए तो साडे बच्चे भी सारा परिवार ही उत्थे चला जाए। तुहाडा भी जी करता, मेरा भी करता, सब चलीए। तो उत्थे हुंदा की है, उत्थे ये हुंदा कि बच्चे अगों आंदे ने कि असीं तुहानूं आख्या सी कि सानूं पैदा करो, असीं तुहानूं आख्या सी कि सानूं पढ़ाओ, क्यों पढ़ाया? तुहाडा जी करदा सी, असीं ते नहीं सी तुहानूं आख्या। साडा जो जी करेगा करांगे। बच्चे कहिंदे ने मेरी जिंदगी है, बापू जी, माँ जी, दादा जी, दादी जी, तुसीं कौन हो मेरी जिंदगी च दखल देण वाले? मेरा जी करेगा तो रोटी खाण घरे आवांगा, नहीं तो बाहरों ही खा लांगा। मेरा जी करेगा तो किसी कुड़ी नाल जावांगा, नहीं तो नहीं। विआह दी तो गल्लां ही दूर दियां ने। मतलब उन्हां को माता पिता लई बहण लई समा ही नहीं। ते अगों चार सुणाउंदे ने इहो जिहियां कि जिन्हां दा उत्तर ही कोई नहीं। माँ प्यो निमो झूणे जे हो के विचारे रोई जांदे ने, रोण हाके होई जांदे ने ते झुरी जांदे ने। और वो माता पिता इन्ने मानसिक तौर ते दुखी ने कि कोई हद ही नहीं हैगी। वो जवानी नहीं दसिया जा सकता कि वो किन्ने दुखी ने। की करन? उन्हां नूं पुत्तरां नाल मोह है, पर पुत्तरां नूं उन्हां नाल मोह नहीं हैगा। हुण इत्थे आके फिर ओहो ही गल विचारन वाली है जिहड़ी मैं कल भी दसी सी कि इत्थे मानसिक दुख है, तन दा दुख नहीं। मेरे मन नूं दुख है। की दुख है? कि हाँ हाँ मेरी इच्छा पूरी नहीं हो रही, मेरे बच्चे मेरे कहे नहीं लग रहे। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਪ੍ਰਵਾਨ ਨਹੀਂ ਕਰਦੇ, ਉਹ ਮਾਪੇ ਨਹੀਂ ਇਹ ਪ੍ਰਵਾਨ ਕਰਦੇ ਕਿ ਅਸੀਂ ਬੱਚਿਆਂ ਨੂੰ ਉਹਨਾਂ ਕੁਛ ਪੜ੍ਹਾ ਦਿੱਤਾ, ਉੱਥੇ ਪਹੁੰਚਾ ਦਿੱਤਾ, ਉਹ ਸੰਸਕਾਰ ਦੇ ਦਿੱਤੇ ਨੇ ਕਿ ਬੱਚੇ ਸਾਡੇ ਆਖੇ ਨਾ ਲੱਗਣ। ਅਸਾਂ ਕੀਤਾ, ਮਾਪੇ ਨਹੀਂ ਇਹ ਪ੍ਰਵਾਨ ਕਰਦੇ। ਜੇ ਉਹ ਕਰਨ ਤਾਂ ਉਹਨਾਂ ਦਾ ਮਨ ਕਾਫੀ ਹੱਦ ਤੱਕ ਸੁਖੀ ਹੋ ਸਕਦਾ। ਦੂਸਰਾ, ਜੇ ਮਾਪੇ ਇਹ ਵੀ ਪ੍ਰਵਾਨ ਕਰ ਲੈਣ कि हुण जे असीं यह गलती एक कर लईए तो ये नतीजे तो भुगतने पैने ने। हस के भुगतो या रो के भुगतो। जिहड़े बच्चे आलणे चों उडार हो गए ने, उन्होंने साडे कोल मुड़ के नहीं आउणा। हुण अपनी जिंदगी जियो, वो नहीं प्रवान करदे क्योंकि विचारवान नहीं हैगे। इत्थे फिर उही गल आउंदी है कि विवेक बुद्ध सब जग में निर्मल। विवेक बुद्धि विचारवान ਜਿਹੜੀ ਖਰੇ ਖੋਟੇ ਨੂੰ ਪਰਖਦੀ ਹੈ, ਵਿਚਾਰਦੀ ਹੈ ਕਿਉਂ ਹੋਇਆ, ਕਿਵੇਂ ਹੋਇਆ, ਕੀ ਹੋਵੇਗਾ। ਅਸੀਂ ਜੇ ਗੁਰੂ ਕਾ ਬਚਨ ਮੰਨੀਏ ਤਾਂ ਆਪਾਂ ਸੁਖੀ ਹੋ ਸਕਦੇ ਹਾਂ, ਪਰ ਆਪਾਂ ਨਹੀਂ ਮੰਨਦੇ। ਵਹਿਣ 'ਚ ਬਹਿ ਜਾਂਦੇ ਹਾਂ, ਮੋਹ ਦੇ ਵਹਿਣ 'ਚ ਬਹਿ ਜਾਂਦੇ ਹਾਂ। ਸੋ ਇਸ ਤਰ੍ਹਾਂ ਕਰਕੇ ਆਪਾਂ ਦੁਖੀ ਹੁੰਦੇ ਹਾਂ। ਅੱਛਾ, ਫਿਰ ਉਸ ਤੋਂ ਅਗਲਾ ਕੰਮ ਹੁੰਦਾ ਵਿਆਹ ਦੀ ਗੱਲ। ਪਹਿਲੀ ਤਾਂ ਗੱਲ, ਬੱਚੇ ਅੱਗੋਂ ਵਿਆਹ ਕਰਵਾਉਂਦੇ ਹੀ ਨਹੀਂ। ਸਾਡੇ ਭਾਰਤ ਦੇਸ਼ ਵਿੱਚ ਵੀ ਅੱਗੋਂ ਜਿਹੜੀ ਨਵੀਂ ਪੀੜ੍ਹੀ ਹੈ ਬਹੁਤ ਸਾਰੀ ਕਹਿੰਦੀ ਹੈ ਕਿ ਅਸੀਂ ਤਾਂ ਵਿਆਹ ਕਰਵਾਉਣਾ ਕਿ ਨਹੀਂ, ਆਪਣੇ ਪਹਿਲੋਂ ਆਪਣਾ ਕੈਰੀਅਰ ਬਣਾਵਾਂਗੇ, ਭਾਵ ਅਸੀਂ ਆਪਣੀ ਆਮਦਨ ਦਾ ਪੱਕਾ ਸਾਧਨ ਕਰਕੇ ਫੇਰ ਕਰਵਾਵਾਂਗੇ। ਬਾਹਰਲੇ ਦੇਸ਼ 'ਚ ਤਾਂ ਮਤਲਬ ਹੀ ਨਹੀਂ ਗਾ ਵਿਆਹ ਦੀ ਕਾਹਲੀ ਦਾ। ਕਰਵਾਉਣਾ ਵੀ ਹੈ ਕਿ ਨਹੀਂ ਕਰਵਾਉਣਾ, ਜਿੰਨੀਆਂ ਕੁੜੀਆਂ ਮਰਜ਼ੀ ਮੁੰਡਾ ਘਰ ਲੈ ਆਵੇ, ਜਿੰਨੀਆਂ ਮੁੰਡਿਆਂ ਨਾਲ ਕੁੜੀ ਮਰਜ਼ੀ ਤੁਰੀ ਫਿਰੇ, ਤੁਸੀਂ ਮਨਾ ਨਹੀਂ ਕਰ ਸਕਦੇ। ਉਹ ਵੇਖ ਵੇਖ ਕੇ ਮਾਤਾ ਪਿਤਾ ਫਿਰ ਦੁਖੀ ਹੁੰਦੇ ਨੇ। ਪਰ ਉਹ ਦੁੱਖ ਮਾਨਸਿਕ ਦੁੱਖ ਹੈ, ਤਨ ਨੂੰ ਕੋਈ ਦੁੱਖ ਨਹੀਂ। ਬਹੁਤੇ ਬੱਚੇ ਮਾਪਿਆਂ ਨੂੰ ਕੁੱਟਦੇ ਮਾਰਦੇ ਨਹੀਂ ਗੇ, ਕੋਈ ਕੋਈ ਤੇ ਉਹ ਵੀ ਸੇਵਾ ਕਰ ਦਿੰਦੇ ਨੇ। ਉੱਥੇ ਆ ਕੇ ਸਾਨੂੰ ਇਹ ਸਮਝਣ ਦੀ, ਵਿਚਾਰਨ ਦੀ ਲੋੜ ਹੈ ਕਿ ਇਹ ਕੰਡੇ ਆਪਣੇ ਦੁੱਖ ਵਾਸਤੇ ਆਪਾਂ ਹੀ ਬੀਜੇ ਨੇ। ਆਪਾਂ ਹੀ ਬੱਚਿਆਂ ਨੂੰ ਇੱਥੇ ਲਿਆਂਦਾ, ਆਪਾਂ ਹੀ ਪੜ੍ਹਾਇਆ, ਆਪਾਂ ਹੀ ਜਨਮ ਦੇ ਕੇ ਇੰਨਾ ਲਾਡ ਲਡਾ ਕੇ ਤੇ ਇੱਥੇ ਪਹੁੰਚਾਇਆ। ਤੇ ਇਸ ਯੁੱਗ ਵਿੱਚ ਜਿੱਥੇ ਵਿਦੇਸ਼ਾਂ ਦੇ ਵਿੱਚ ਬੱਚੇ ਸਾਡੇ ਜੰਮੇ ਪਲੇ ਨੇ, ਉੱਥੋਂ ਦੇ ਜੋ ਸੰਸਕਾਰ ਨੇ, ਜੋ ਉੱਥੋਂ ਦੀ ਸੱਭਿਅਤਾ ਹੈ, ਉਹਦੇ ਅਨੁਸਾਰ ਹੀ ਸਾਡੇ ਬੱਚਿਆਂ ਨੇ ਵੀ ਚੱਲਣਾ, ਉਹਦੇ ਅਨੁਸਾਰ ਹੀ ਹੋਣਾ। ਜੇ ਇਹ ਗੱਲ ਸਾਡੇ ਉੱਥੇ ਰਹਿੰਦੇ ਮਾਤਾ ਪਿਤਾ, ਦਾਦਾ ਦਾਦੀ, ਨਾਨਾ ਨਾਨੀ ਪ੍ਰਵਾਨ ਕਰ ਲੈਣ ਕਿ ਇਹ ਤਾਂ ਇਸੇ ਤਰ੍ਹਾਂ ਹੀ ਹੋਣਾ, ਅਸੀਂ ਇੱਥੇ ਇਹਨਾਂ ਨੂੰ ਪਹੁੰਚਾਇਆ, ਤੇ ਜੇ ਇਹਨਾਂ ਬੱਚਿਆਂ ਸਾਡਿਆਂ ਕੋਲ ਸੁੱਖ ਸਹੂਲਤਾਂ, ਕਾਰਾਂ ਤੇ ਹੋਰ ਵਧੀਆ ਵਧੀਆ ਕੋਠੀਆਂ ਆਈਆਂ ਨੇ, ਪੈਸੇ ਆਏ ਨੇ, ਤਾਂ ਇਹ ਕੁਛ ਵੀ ਆਉਣਾ ਨਾਲ। ਜੇ ਅਸੀਂ ਇਹ ਪ੍ਰਵਾਨ ਕਰ ਲਈਏ ਤਾਂ ਆਪਾਂ ਮਾਨਸਿਕ ਤੌਰ 'ਤੇ ਸੁਖੀ ਹੋ ਸਕਦੇ ਹਾਂ, ਪਰ ਆਪਾਂ ਕਰਦੇ ਨਹੀਂ, ਦੁਖੀ ਹੋਈ ਜਾਂਦੇ ਹਾਂ, ਰੋਈ ਜਾਂਦੇ ਹਾਂ। ਸੋ ਸਾਧ ਸੰਗਤ ਜੀ, ਆਪਣੇ ਆਪ ਨੂੰ ਸੁਖੀ ਕਰਨਾ ਆਪ ਜੀ ਦੇ ਹੱਥ।
ਵਿਸ਼ੇਸ਼ ਰੂਪ ਦੇ ਵਿੱਚ ਮਨ ਦੇ ਦੁੱਖ ਜਿਹੜੇ ਨੇ ਉਹਨਾਂ ਨੂੰ ਤਾਂ ਘਟਾਉਣਾ ਵਧਾਉਣਾ ਆਪ ਜੀ ਦੇ ਹੱਥ ਹੈ। ਜਦੋਂ ਮਨ ਦੁਖੀ ਹੋ ਜਾਂਦਾ ਫਿਰ ਤਨ ਤਾਂ ਆਪੇ ਹੀ ਦੁਖੀ ਹੋਣਾ ਹੀ ਹੋਣਾ। ਜੇ ਮਨ ਸੁਖੀ ਹੋਵੇ, ਮਨ ਜਿਹੜਾ ਉਹ ਕਾਇਮ ਹੋਵੇ, ਤੇ ਉਹ ਤਨ ਦੁਖੀ ਨੂੰ ਵੀ ਲੈ ਕੇ ਤੁਰ ਪੈਂਦਾ, ਪਰ ਜਦੋਂ ਮਨ ਡਿੱਗਿਆ ਹੋਵੇ ਉਹ ਤਨ ਦੇ ਆਖੇ ਨਹੀਂ ਤੁਰਦਾ। ਸੋ ਇਸ ਕਰਕੇ ਆਪਣੇ ਆਪ ਨੂੰ ਸੁਖੀ ਕਰਨ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰੋ। ਵਿਆਹ ਕਰਾਉਣ ਤੋਂ ਪਹਿਲਾਂ ਇਹ ਸੋਚੋ ਕਿ ਮੈਂ ਵਿਆਹ ਕਿਉਂ ਕਰਵਾ ਰਿਹਾ। ਵਿਆਹ ਕਰਵਾਉਣਾ ਤਾਂ ਖੁਸ਼ੀ ਖੁਸ਼ੀ ਪਤੀ ਪਤਨੀ ਨੇ ਜ਼ਿੰਦਗੀ ਜਿਉਣੀ ਹੈ। ਪੂਰੀ ਖੁਸ਼ੀ ਤਾਂ ਕਿਸੇ ਦੀ ਵੀ ਨਹੀਂ ਨਿਭਦੀ, ਕਬੀਰ ਜੀ ਦੀ ਵੀ ਨਹੀਂ ਸੀ ਨਿਭੀ। ਉਹਦੇ ਵਾਸਤੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਹੁਤ ਕੁਝ ਲਿਖਿਆ ਹੋਇਆ। ਅਬ ਤੁਮਰੀ ਪ੍ਰਤੀਤ ਨਾ ਹੋਈ, ਕਬੀਰ ਜੀ ਲੋਈ ਜੀ ਨੂੰ ਆਖਦੇ ਨੇ ਤੇਰੀ ਪ੍ਰਤੀਤ ਨਹੀਂ ਹੋਣੀ। ਤੇ ਬੜੇ ਲੜਾਈ ਝਗੜੇ ਬਹੁਤ ਕੁਝ ਉੱਥੇ ਲਿਖਿਆ ਹੋਇਆ। ਸੋ ਜੇ ਉਹਨਾਂ ਦੀ ਨਹੀਂ ਸੀ ਹੋਈ ਤੇ ਆਪਾਂ ਨੂੰ ਵੀ ਤਾਂ ਸੋਚਣ ਦੀ ਲੋੜ ਹੈ ਨਾ। ਇਸ ਕਰਕੇ ਖੁਸ਼ੀ ਖੁਸ਼ੀ ਪੂਰੀ ਜ਼ਿੰਦਗੀ ਨਹੀਂ ਬਤੀਤ ਹੁੰਦੀ, ਪਰ ਇਹ ਹੈਗਾ ਕਿ ਲੜਾਈ ਝਗੜੇ ਘਟਾਏ ਜਾ ਸਕਦੇ ਨੇ। ਤੇ ਘਟਾਏ ਕਿਵੇਂ ਜਾ ਸਕਦੇ ਨੇ? ਆਪਸ ਵਿੱਚ ਵਿਚਾਰ ਕਰਕੇ ਦੋਵਾਂ ਜੀਆਂ ਵੱਲੋਂ ਕਿ ਅਸੀਂ ਵਿਆਹ ਕਰਵਾ ਲਿਆ ਤੇ ਹੁਣ ਜੀਵਨ ਸੁਖੀ ਕਿਵੇਂ ਬਤੀਤ ਕਰਨਾ। ਹਰ ਹਫ਼ਤੇ ਬੈਠ ਕੇ ਆਪਸ ਵਿੱਚ ਗੱਲ ਕਰਨਾ। ਇਹਨਾਂ ਗੱਲਾਂ ਤੋਂ ਬੇਸੁਆਦੀ ਹੁੰਦੀ ਹੈ। ਇਹਨਾਂ ਤੋਂ ਆਪਾਂ ਕਿਵੇਂ ਇਸ ਗੱਲ ਨੂੰ ਨਿਪਟਾਉਣਾ, ਬਜਾਏ ਇਹ ਸਿੱਧ ਕਰਨ ਦੇ ਕਿ ਪਤਨੀ ਨੂੰ ਆਖੇ ਕਿ ਤੂੰ ਗਲਤ ਹੈ, ਗਾਲਾਂ ਕੱਢੇ, ਤਾਨੇ ਮਿਹਣੇ ਦੇਵੇ, ਡਾਂਗ ਚੌਲ ਛਕਾ ਦੇਵੇ, ਤੇ ਪਤਨੀ ਆਖੇ ਕਿ ਤੂੰ ਗਲਤ ਹੈ। ਨਹੀਂ, ਸੁਖੀ ਹੋਣ ਲਈ ਵਿਚਾਰਵਾਨ ਬਣ ਕੇ ਆਈਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੈ। ਸਮੱਸਿਆ ਕੀ ਹੈ, ਕਿਉਂ ਆਈ ਹੈ, ਕਿਤੇ ਮੈਨੂੰ ਭੁਲੇਖਾ ਹੀ ਤੇ ਨਹੀਂ ਲੱਗ ਗਿਆ। ਸੋ ਸੁਖੀ ਹੋਣ ਵਾਸਤੇ ਵਿਚਾਰਵਾਨ ਬਣੋ, ਫਿਰ ਹੀ ਆਪਾਂ ਸੁਖੀ ਹੋ ਸਕਦੇ ਹਾਂ। ਹੋਰ ਕੋਈ ਸੰਸਾਰ ਵਿੱਚ ਤਰੀਕਾ ਨਹੀਂ। ਜਿਵੇਂ ਡੰਗਰਾਂ ਨੂੰ ਨਾਲ ਨਾ ਦਵਾਈ ਦਿੰਦੇ ਨੇ ਨਾ, ਇਹੋ ਜਿਹੀ ਕੋਈ ਦਵਾਈ ਨਹੀਂ ਹੈਗੀ ਕਿ ਜਿਹੜੀ ਤੁਹਾਨੂੰ ਕੋਈ ਦੇ ਦੇਵੇ ਤੇ ਤੁਸੀਂ ਉਹਦੇ ਨਾਲ ਸੁਖੀ ਹੋ ਜਾਓਗੇ। ਉਹ ਇੱਕੋ ਹੀ ਦਵਾਈ ਹੈ ਜਿਹੜੀ ਗੁਰੂ ਕਾ ਬਚਨ ਹੈ ਕਿ ਵਿਚਾਰਵਾਨ ਬਣੋ। ਉਸ ਬਚਨ ਨੂੰ ਮੰਨ ਕੇ ਹੀ ਆਪਾਂ ਸੁਖੀ ਹੋ ਸਕਦੇ ਹਾਂ, ਹੋਰ ਕੋਈ ਤਰੀਕਾ ਨਹੀਂ ਗਾ। ਸੋ ਸਾਧ ਸੰਗਤ ਜੀ, ਕੱਲ ਨੂੰ ਮੈਂ ਫੇਰ ਬੇਨਤੀ ਕਰਾਂਗਾ, ਆਪਾਂ ਵਿਆਹ ਕਿਉਂ ਕਰਵਾਉਨੇ ਆ ਤੇ ਫਿਰ ਆਪਾਂ ਵਿਆਹ ਦੇ ਕਰਵਾ ਕੇ ਸੁਖੀ ਕਿਵੇਂ ਰਹਿ ਸਕਦੇ ਹਾਂ, ਬੱਚਿਆਂ ਨੂੰ ਚੰਗਾ ਕਿਵੇਂ ਪਾਲ ਸਕਦੇ ਹਾਂ, ਤੇ ਬੱਚਿਆਂ ਤੋਂ ਅਸੀਂ ਸੁੱਖ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਖੇਡਦੇ ਨੇ, ਮਾਤਾ ਪਿਤਾ ਦੇ ਨਾਲ ਲਾਡ ਪਿਆਰ ਕਰਦੇ ਨੇ, ਬੜਾ ਹੀ ਸੁੱਖ ਮਿਲਦਾ ਮਾਤਾ ਪਿਤਾ ਨੂੰ, ਦਾਦਾ ਦਾਦੀ ਨਾਨਾ ਨਾਨੀ ਨੂੰ। ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜਦੋਂ ਵੱਡੇ ਹੋ ਜਾਂਦੇ ਨੇ ਫਿਰ ਉਹ ਸੁੱਖ ਦੀ ਥਾਂ ਤੇ ਦੁੱਖ ਮਿਲਦਾ। ਉਹ ਕਿਉਂ ਮਿਲਦਾ? ਉਹ ਦੁੱਖ ਦਿੰਦੇ ਨੇ ਕਿ ਅਸੀਂ ਦੁਖੀ ਹੋ ਜਾਂਦੇ ਹਾਂ। ਦੋ ਗੱਲਾਂ ਫਿਰ ਵੱਖੋ ਵੱਖ ਨੇ ਕਿ ਮੈਂ ਇਹ ਸਮਝਦਾ ਪਿਆ ਕਿ ਮੇਰੇ ਬੱਚੇ ਮੈਨੂੰ ਦੁਖੀ ਕਰਦੇ ਨੇ ਜਾਂ ਬੱਚੇ ਦੁਖੀ ਕਰਦੇ ਨੇ। ਬੱਚੇ ਤੇ ਆਖਣਗੇ ਅਸੀਂ ਤੇ ਦੁਖੀ ਨਹੀਂ ਕਰਦੇ, ਅਸੀਂ ਤੇ ਆਪਣੀ ਜ਼ਿੰਦਗੀ ਜਿਉਂਦੇ ਹਾਂ। ਇਹਦਾ ਮਤਲਬ ਮੈਂ ਹੀ ਦੁਖੀ ਹੋ ਰਿਹਾ ਨਾ। ਤੇ ਮੈਂ ਕਿਉਂ ਹੋ ਰਿਹਾ? ਮਾਨਸਿਕ ਤੌਰ ਤੇ ਕਿ ਬੱਚੇ ਮੇਰੇ ਆਖੇ ਨਹੀਂ ਲੱਗਦੇ। ਇਹ ਮੇਰੀ ਸੋਚ ਹੈ ਕਿ ਬੱਚਿਆਂ ਨੂੰ ਮੇਰੇ ਆਖੇ ਲੱਗਣਾ ਚਾਹੀਦਾ, ਪਰ ਉਹ ਨਹੀਂ ਲੱਗਦੇ ਤੇ ਮੈਂ ਦੁਖੀ ਹੋ ਜਾਂਦਾ। ਹਾਂ, ਕਿਉਂ ਨਹੀਂ ਲੱਗਦੇ? ਸੋ ਇੱਥੇ ਆ ਕੇ ਵਿਚਾਰਵਾਨ ਬਣੋ, ਗੁਰੂ ਅੱਗੇ ਅਰਦਾਸ ਕਰੋ, ਗੁਰੂ ਕਿਰਪਾ ਕਰੇ ਤੇ ਆਪਾਂ ਗੁਰੂ ਚਰਨੀ ਲੱਗ ਕੇ ਸੁੱਖ ਲਈਏ। ਸੁੱਖ ਤਾਂ ਹੀ ਮਿਲ ਸਕਦਾ ਜੇ ਗੁਰੂ ਕਾ ਬਚਨ ਮੰਨਾਂਗੇ। ਸਤਿਗੁਰ ਬਚਨ ਕਮਾਵਣੇ, ਗੁਰੂ ਦਾ ਬਚਨ ਕਮਾਈਏ, ਵਿਚਾਰਵਾਨ ਬਣੀਏ। ਆਪ ਜੀ ਸਾਰੇ ਹੀ ਅੱਜ ਕੱਲ੍ਹ ਵਟਸਐਪ ਫੇਸਬੁੱਕ ਵਗੈਰਾ ਵਰਤਦੇ ਹੋ, ਤੇ ਉੱਥੇ ਥੋੜ੍ਹਾ ਥੋੜ੍ਹਾ ਜਿਹਾ ਕੋਈ ਅਕਲ ਦੀਆਂ ਗੱਲਾਂ ਵੀ ਪੜ੍ਹਿਆ ਕਰੋ ਤਾਂ ਕਿ ਸਾਡਾ ਜੀਵਨ ਸੁਖੀ ਹੋ ਜਾਵੇ। ਕਈ ਕਈ ਗੱਲਾਂ ਬੜੀਆਂ ਅਕਲ ਦੀਆਂ ਆਉਂਦੀਆਂ ਨੇ ਉਹਦੇ ਤੇ ਵੀ, ਬਹੁਤਾ ਭਾਵੇਂ ਕੂੜਾ ਹੀ ਹੁੰਦਾ। ਆਪਾਂ ਸਾਰੇ ਹੀ ਸੁੱਖ ਲੈਣ ਦੀ ਇੱਛਾ ਕਰਦੇ ਹਾਂ। ਹਰ ਜੀਵ ਆਪਣੀ ਸੁੱਖ ਸਹੂਲਤ ਚਾਹੁੰਦਾ। ਉਹ ਸੁੱਖ ਸਹੂਲਤ ਸਾਨੂੰ ਸੁੱਖ ਮਿਲ ਕੇ ਵੀ ਜੇ ਨਾ ਮਿਲੇ ਤਾਂ ਉਹਦਾ ਕੀ ਅਰਥ? ਭਾਵ ਸਰੀਰਕ ਸੁੱਖ ਹੁੰਦਿਆਂ ਹੋਇਆਂ ਵੀ
ਸਾਰਾ ਕੁਛ ਹੁੰਦਿਆਂ, 에ਅਰ ਕੰਡੀਸ਼ਨ ਹੁੰਦਿਆਂ ਵੀ ਅਸੀਂ ਸੜੀ ਜਾਈਏ, ਹੀਟਰ ਲੱਗਿਆਂ ਵੀ ਅਸੀਂ ਠਰੀ ਜਾਈਏ। ਤੇ ਇਹਦਾ ਮਤਲਬ ਕੁਛ ਸਾਡੇ ਅੰਦਰ ਹੀ ਗੜਬੜ ਹੋ ਰਹੀ ਹੈ। ਉਹ ਕੀ ਹੈ? ਸਾਧ ਸੰਗਤ ਜੀ, ਆਪ ਜੀ ਧਿਆਨ ਕਰੋ ਕਿ ਆਪਾਂ ਗੱਲ ਕਰ ਰਹੇ ਹਾਂ 2 ਦਿਨਾਂ ਤੋਂ ਮਾਨਸਿਕ ਸੁੱਖ ਤੇ ਮਾਨਸਿਕ ਦੁੱਖ ਦੀ, ਕਿ ਸਾਡਾ ਜਦੋਂ ਮਨ ਦੁਖੀ ਹੋ ਜਾਂਦਾ ਹੈ ਫਿਰ ਉਹ ਤਨ ਨੂੰ ਵੀ ਆਪੇ ਹੀ ਦੁਖੀ ਕਰ ਲੈਂਦਾ। ਤੇ ਸਾਡਾ ਮਨ ਦੁਖੀ ਕਦੋਂ ਹੁੰਦਾ, ਕਿਉਂ ਹੁੰਦਾ, ਉਹਦੇ ਬਾਰੇ ਮੈਂ ਆਪ ਜੀ ਨੂੰ ਬੇਨਤੀ ਕਰ। ਸਾਡਾ ਮਨ ਦੁਖੀ ਕਦੋਂ ਹੁੰਦਾ? ਜਦੋਂ ਸਾਡੀ ਇੱਛਾ ਦੇ ਵਿਰੁੱਧ ਕੁਛ ਹੁੰਦਾ। ਜਦੋਂ ਸਾਡੀ ਇੱਛਾ ਪੂਰੀ ਹੋ ਜਾਵੇ ਫਿਰ ਸਾਡਾ ਮਨ ਦੁਖੀ ਨਹੀਂ ਹੁੰਦਾ। ਉਹੋ ਹੀ ਕੰਮ ਜੇ ਸਾਡੀ ਇੱਛਾ ਮੁਤਾਬਕ ਹੋਵੇ ਤਾਂ ਠੀਕ ਹੈ, ਉਹੋ ਹੀ ਕੰਮ ਜੇ ਸਾਡੀ ਇੱਛਾ ਦੇ ਵਿਰੁੱਧ ਹੋ ਜਾਵੇ, ਕੋਈ ਕਰ ਦੇਵੇ, ਤੇ ਉਹ ਕੰਮ ਗਲਤ ਹੋ ਜਾਂਦਾ। ਜਿਵੇਂ ਆਪਾਂ ਕਿਸੇ ਨੂੰ ਗਾਲ ਕੱਢ ਦਈਏ, ਭੈੜਾ ਬੋਲ ਦਈਏ, ਉਹ ਤਾਂ ਠੀਕ ਹੈ ਨਾ, ਕਿਉਂਕਿ ਮੇਰੀ ਇੱਛਾ ਪੂਰੀ ਹੋ ਗਈ ਉਹਦੇ ਨਾਲ। ਤੇ ਜੇ ਕੋਈ ਸਾਨੂੰ ਗਾਲ ਕੱਢ ਦੇਵੇ, ਕੋਈ ਭੈੜਾ ਬੋਲੇ, ਤਾਂ ਬੜਾ ਗਲਤ ਹੋ ਗਿਆ, ਕਿਉਂਕਿ ਮੇਰੀ ਇੱਛਾ ਪੂਰੀ ਨਹੀਂ ਹੋਈ, ਮੇਰੀ ਇੱਛਾ ਦੇ ਵਿਰੁੱਧ ਹੋਇਆ ਕੰਮ। ਪਰ ਉਹਦੀ ਇੱਛਾ ਪੂਰੀ ਹੋਈ ਹੈ ਜਿਹਨੇ ਗਾਲ ਕੱਢੀ ਹੈ, ਉਹ ਤਾਂ ਖੁਸ਼ ਹੋਇਆ ਨਾ। ਇਸੇ ਹੀ ਤਰ੍ਹਾਂ ਇੱਕ ਕਿਸੇ ਘਰ ਵਿੱਚ ਕੋਈ ਮੰਗਤਾ ਆਇਆ, ਮੰਗਤੇ ਨੇ ਆ ਕੇ ਖੈਰ ਮੰਗੀ ਤੇ ਉਹ ਨੂੰਹ ਰਾਣੀ ਨੇ ਗੱਲ ਸੁਣੀ, 2-4 ਵਾਰੀ ਉਹਨੇ ਸੁਣੀ ਉਹਦੀ ਆਵਾਜ਼, ਤੇ ਉਹ ਚੁੱਪ ਕੀਤੀ ਬੈਠੀ ਰਹੀ। ਤੇ ਉਹਨੂੰ ਪਤਾ ਸੀ ਕਿ ਮੇਰੀ ਸੱਸ ਨਹੀਂ ਦਾਨ ਦੇਣਾ ਉਹਨੂੰ ਜੋ ਦੇਣਾ, ਤੇ ਸੱਸ ਆਈ ਨਾ। ਸੱਸ ਕਿਤੇ ਹੋਰ ਕੰਮ ਲੱਗੀ ਸੀ, ਉਹਨੇ ਆਵਾਜ਼ ਨਾ ਸੁਣੀ, ਉਹਨੇ ਆਵਾਜ਼ ਵੀ ਮਾਰੀ, ਉਹ ਨਾ ਆਈ। ਤੇ ਨੂੰਹ ਰਾਣੀ ਨੇ ਉੱਠ ਕੇ ਤੇ ਉਹਨੂੰ ਕੌਲਾ ਆਟੇ ਦਾ ਪਾ ਦਿੱਤਾ। ਉਹ ਜਦੋਂ ਕੌਲਾ ਆਟੇ ਦਾ ਪਾ ਕੇ ਮੁੜੀ, ਉਧਰੋਂ ਸੱਸ ਨਿਕਲ ਆਈ। ਉਹ ਆਂਦੀ ਹੈ, ਇਹ ਕੀ ਕੀਤਾ ਤੂੰ, ਕੀ ਕਰਕੇ ਆਈ ਆ? ਉਹ ਆਂਦੀ ਹੈ, ਜੀ ਅੱਗੇ ਆਉਂਦਾ ਹੁੰਦਾ ਮੰਗਤਾ ਜਿਹੜਾ, ਤੇ ਤੁਸੀਂ ਉਹਨੂੰ ਆਟਾ ਦਿੰਦੇ ਹੁੰਦੇ ਹੋ, ਅੱਜ ਤੁਸੀਂ ਲੱਭੇ ਨਹੀਂ ਗਏ, ਉਹਨੇ ਆਵਾਜ਼ਾਂ ਮਾਰਦਾ ਸੀ ਤੇ ਮੈਂ ਦੇ ਆਈ। ਆਖੇ ਨਹੀਂ, ਉਹਨੂੰ ਬਿਲਕੁਲ ਨਹੀਂ ਦੇਣਾ। ਹੁਣ ਬਾਹਰ ਜਾ ਕੇ ਤੇ ਉਹਨੂੰ ਭੈੜਾ ਬੋਲਣ ਲੱਗ ਪਈ ਮੰਗਤੇ ਨੂੰ, ਤੇ ਉਹਨੂੰ ਆਵਾਜ਼ ਮਾਰ ਕੇ ਆਂਦੀ ਹੈ, ਵਾਪਸ ਆ। ਤੇ ਉਹਦੇ ਤੋਂ ਲੈ ਲਿਆ, ਵਾਪਸ ਦਿੱਤਾ ਹੋਇਆ ਆਟਾ ਵਾਪਸ ਲੈ ਲਿਆ ਉਹਨੂੰ। ਫਿਰ ਮੁੜ ਕੇ ਉਹਨੂੰ ਫਿਰ ਆਪ ਆਟੇ ਦਾ ਕੌਲਾ ਪਾਇਆ, ਤੇ ਫਿਰ ਉਹਨੂੰ ਆਂਦੀ ਹੈ, ਚੰਗਾ ਹੁਣ ਜਾ ਤੂੰ। ਉਹ ਮੰਗਤਾ ਆਂਦਾ, ਮਾਤਾ ਜੀ ਆਟੇ ਦਾ ਹੀ ਕੌਲਾ ਦੇਣਾ ਸੀ ਤੇ ਇਹਨਾਂ ਕਪੱਤ ਕਾਹਦੇ ਲਈ ਕਰਨਾ ਸੀ? ਉਹ ਨੂੰਹ ਨੇ ਦੇ ਦਿੱਤਾ ਸੀ ਨਾ। ਆਂਦੀ ਹੈ, ਹਾਂ ਨੂੰਹ ਕੁੱਤੀ ਕੌਣ ਹੁੰਦੀ ਹੈ ਆਟਾ ਦੇਣ ਵਾਲੀ, ਮੇਰੇ ਹੁੰਦਿਆਂ ਉਹ ਕਿਵੇਂ ਦੇ ਜਾਵੇ? ਭਾਵ ਦਾਨ ਕਰਨ ਤੱਕ ਮਤਲਬ ਨਹੀਂ, ਮੇਰੀ ਇੱਛਾ ਦੇ ਵਿਰੁੱਧ ਦਾਨ ਕੀਤਾ ਤੇ ਤਾਂ ਵੀ ਗਲਤ ਹੋ ਗਿਆ। ਜੇ ਮੇਰੀ ਇੱਛਾ ਦੇ ਅਨੁਸਾਰ ਜੇ ਮੈਂ ਹੀ ਆਖਾਂ ਕਿ ਜਾ, ਨੂੰਹ ਨੂੰ ਸੱਸ ਹੀ ਆਖ ਦਿੰਦੀ ਕਿ ਜਾ ਤੂੰ ਪਾਇਆ, ਫਿਰ ਠੀਕ ਸੀ ਨਾ। ਸੋ ਇਸ ਤਰ੍ਹਾਂ ਸਾਨੂੰ ਮਾਨਸਿਕ ਦੁੱਖ ਆਪਣੀ ਇੱਛਾ ਦੇ ਵਿਰੁੱਧ ਜਦੋਂ ਕੁਛ ਹੁੰਦਾ, ਉਦੋਂ ਮਾਨਸਿਕ ਦੁੱਖ ਹੁੰਦੇ ਨੇ। ਹੁਣ ਉਹ ਜਿਹੜੇ ਮਾਨਸਿਕ ਦੁੱਖ ਨੇ, ਉਹਨਾਂ ਦੀ ਸੂਚੀ ਤਾਂ ਬੜੀ ਲੰਬੀ ਹੈ ਨਾ। ਕੱਲ ਵੀ ਕੁਛ ਬੇਨਤੀਆਂ ਆਪ ਜੀ ਨੂੰ ਕੀਤੀਆਂ ਸੀ, ਪਰਸੋਂ ਵੀ ਕੀਤੀਆਂ ਸੀ, ਅੱਜ ਹੋਰ ਨਵੀਆਂ ਗੱਲਾਂ ਦੱਸਦਾ। ਮੈਨੂੰ ਕਿਸੇ ਦਾ ਫੋਨ ਆਇਆ ਤੇ ਮੈਂ ਜੀ ਬੜਾ ਦੁਖੀ ਹਾਂ ਜੀ। ਕੀ ਹੋ ਗਿਆ ਜੀ? ਉਹ ਜੀ ਮੇਰੀ ਧੀ ਵਿਆਹੀ ਸੀ ਨਾ ਜਿੱਥੇ, ਉਹ ਮੁੰਡਾ ਬੜਾ ਭੈੜਾ ਨਿਕਲਿਆ, ਉਹਨੇ ਧੋਖਾ ਕਰ ਦਿੱਤਾ ਤੇ ਉਹਨਾਂ ਦਾ ਤਲਾਕ ਹੋ ਗਿਆ ਜੀ। ਤੁਸੀਂ ਕਿਰਪਾ ਕਰੋ। ਮੈਂ ਕਿਹਾ ਜੀ ਉੱਥੇ ਕੁੜੀ ਨੇ ਆਪ ਵੇਖ ਕੇ ਮੁੰਡਾ ਪਸੰਦ ਕੀਤਾ ਸੀ, ਆਹੋ ਜੀ ਕੀਤਾ ਸੀ, ਪਰ ਮੁੰਡਾ ਬੜਾ ਭੈੜਾ ਨਿਕਲਿਆ, ਮੁੰਡੇ ਨੇ ਧੋਖਾ ਦੇ ਦਿੱਤਾ। ਮੈਂ ਕਿਹਾ ਜੀ ਇਹ ਇਦੋਂ ਪਹਿਲੋਂ ਕੀ ਸੀ? ਨਹੀਂ, ਇਦੋਂ ਪਹਿਲੋਂ ਜਿਹੜਾ ਮੁੰਡਾ ਸੀ ਨਾ, ਉਹ ਮੁੰਡੇ ਨੇ ਵੀ ਸਾਡੀ ਕੁੜੀ ਨੂੰ ਧੋਖਾ ਦਿੱਤਾ ਸੀ। ਸੁਣੀ ਚੱਲਿਓ ਮੇਰੀ ਗੱਲ ਧਿਆਨ ਨਾਲ। ਤੇ ਮੈਂ ਕਿਹਾ ਜੀ ਉਦੋਂ ਪਹਿਲੋਂ ਜਿਹੜਾ ਸੀ, ਜਦੋਂ ਉੱਥੇ ਕਰਨਾਟਕ ਵਿੱਚ ਸੀ, ਤੇ ਜਦੋਂ ਥਾਈਲੈਂਡ 'ਚ ਕੁੜੀ ਨੇ ਵਿਆਹ ਕਰਵਾਇਆ ਸੀ, ਉਦੋਂ
नहीं वो भी मुंडा बहुत भैड़ा सी, वो मुंडिया ने भी धोखा दिता सी। मैं क्या भाई गुरमुखा, 3-4 मुंडिया नाल तेरी कुड़ी विआह करवा चुकी है ते उन्हां सारियां नाल ही तलाक हो गया, कुड़ी ने मुंडे छड़ दिते ने। कि वो सारे ही मुंडे भैड़े सी कि साडी कुड़ी विच ही कोई गलती है कि साडी कुड़ी उन्हां नाल धोखा करदी है ते उन्हां नूं वरत के छड़ दिंदी है? नहीं जी नहीं नहीं नहीं, साडी कुड़ी च कोई गलती नहीं। मैं क्या भाई दोबारा सोचना शुरू कर। फिर इसी तरह एक होर सज्जन, वो 40-50 साल का होया, 40-50 का नहीं 45 साल का, चंगी जमीन जायदाद है। ਉਹਨੂੰ ਲੈ ਕੇ ਮੇਰੇ ਕੋਲ ਕੋਈ ਸੱਜਣ ਮਿੱਤਰ ਆਏ ਉਹਦੇ, ਉਹ ਜੀ ਇਹਦਾ ਜੀ ਵਿਆਹ ਕਰਨਾ ਜੀ, ਇਹਦਾ ਵਿਆਹ ਨਹੀਂ ਹੁੰਦਾ। ਕਿ ਜੀ ਇੰਨੀ ਜ਼ਮੀਨ ਜਾਇਦਾਦ ਹੈ ਤੇ ਵਿਆਹ ਕਿਉਂ ਨਹੀਂ ਹੁੰਦਾ, ਕੀ ਚੱਕਰ ਕੀ ਹੈ? ਨਹੀਂ ਜੀ ਵਿਆਹ ਕਰਵਾਇਆ ਸੀ ਤੇ ਉਹ ਫਿਰ ਤਲਾਕ ਹੋ ਗਿਆ। ਮੈਂ ਕਿਹਾ ਕਿੱਥੋਂ ਦੀ ਸੀ ਕੁੜੀ? ਉਹ ਫਲਾਣੇ ਖੰਨੇ ਦੀ ਸੀ ਜੀ। ਅੱਛਾ, ਮੈਂ ਕਿਹਾ ਇੰਨੀ ਉਮਰ ਹੋ ਗਈ? और नहीं जी उदू पहलों भी एक कुड़ी सी, विआह करवाया सी, वो भी जी वो नहीं, वो वसी नहीं हैगी, वो मां दे आखे लगदी सी, वो भी तलाक। मैं क्या उदू पहलों? नहीं उदू पहलों भी 22 साल की उम्र च एक विआह होया सी जी, वो भी नहीं, कुड़ी वसी नहीं हैगी जी, वो कुड़ी दी वो कुड़ी दे ना जी के संबंध ठीक नहीं सी जी, ते वो गलत काम का वो भी। मैं क्या भलिया लोका बई 3 कुड़ियां जड़ियां ने वो तुसी नहीं वसा सके ते की वो सारियां ही कुड़ियां भैड़ियां सी? कि साडे मुंडे विच साडे बंदे विच ही ते कोई गलती नहीं कि किसी भी घर वाली नूं नहीं रख सकदा? कि इहदे च नहीं कोई गलती? नहीं जी नहीं नहीं नहीं, साडे मुंडे साडे भरा च ते कोई गलती हो ही नहीं सकती। सो भाव सारी गल करन दा ये है कि असी जीवन की सच्चाई नूं प्रवान नहीं करते। असी ये प्रवान नहीं करते तां असी दुखी हुन्ने आ कि गलतियां दोही पासी हो सकदियां ने अते हुंदियां ने। सो इस करके सानू ये सच्चाई प्रवान करन दी लोड़ है कि साडे धी पुत्तर विच भी गलतियां हो सकदियां ने। वो मनुखी जीवन का अंग है, एक गलती होनी गलती करनी मनुखी जीवन का एक अंग है। वो अंग जिहड़ा है भाव वो सुभाव का एक हिस्सा है, वो तो होना ही होना। ते पति पत्नी विच जदों बेसुआदी हुंदी है उदों गलतियां दोही पासे हुंदियां ने, पर दूसरे ते दोष देई जाना ते अपने आप नूं बिल्कुल ही निर्दोष सिद्ध करना ये भी मनुखी सुभाव है। पर आस पास वालियां नूं ते प्रवान करना चाहिए कि ये जीवन की सच्चाई नहीं हैगी। जीवन की सच्चाई ये है कि गलती कुड़ी ने भी कीती है ते मुंडे ने भी कीती है, जां दोवें कर सकदे ने। सो असीं दुखी उदों हुन्ने आ जदों असीं ये प्रवान नहीं करते कि मेरी कुड़ी या मेरा मुंडा भी गलत हो सकता है। नहीं जी वो दूजे की गलती सी। फिर उहदे विच अगली गल की हुंदी है कि नहीं ये कुड़ी जिहड़ी है ना, इहनूं मां चाबी भरदी है ते अपनी मां दे आखे लगदी है। जदों मां दा टैलीफोन आ जांदा है, जदों मां को के आउंदी है ना, उदों बाद साडी गल नहीं सुनदी। गल ते वाकई बड़ी माड़ी है, कुड़ी नूं मां दे आखे नहीं लगना चाहिए। पर ਜਿਹੜੇ ਇਹ ਕਹਿੰਦੇ ਨੇ ਸਹੁਰਾ ਪਰਿਵਾਰ ਵਾਲੇ, ਮੈਂ ਉਹਨਾਂ ਨੂੰ ਪੁੱਛਦਾ ਕਿ ਪੁੱਤਰ ਨੂੰ ਕਿਹਦੇ ਆਖੇ ਲੱਗਣਾ ਚਾਹੀਦਾ? ਕੀ ਪੁੱਤਰ ਆਪਣੀ ਮਾਂ ਦੇ ਆਖੇ ਨਹੀਂ ਲੱਗਦਾ? ਤੇ ਜੇ ਪੁੱਤਰ ਨੇ ਆਪਣੀ ਮਾਂ ਦੇ ਆਖੇ ਲੱਗਣਾ ਤੇ ਨੂੰਹ ਨੇ ਵੀ ਤੇ ਆਪਣੀ ਮਾਂ ਦੇ ਹੀ ਆਖੇ ਲੱਗਣਾ, ਉਹਦੇ ਚ ਗਲਤ ਕੀ ਹੈਗਾ? ਜੇ ਨੂੰਹ ਦੀ ਮਾਂ ਗਲਤ ਸਿੱਖਿਆ ਦਿੰਦੀ ਹੈ ਤੇ ਪੁੱਤਰ ਦੀ ਮਾਂ ਜਿਹੜੀ ਹੈ ਨਾ ਉਹ ਵੀ ਐਡੀ ਚੰਗੀ ਨਹੀਂ ਕਿ ਭਗਤ ਨਹੀਂ ਕਿ ਜਿਹੜੀ ਉਹ ਵੀ ਚੰਗੀ ਸਿੱਖਿਆ ਦਿੰਦੀ ਹੋਵੇ। ਇਹ ਤੇ ਕੰਮ ਦੋਹੀਂ ਪਾਸੇ ਚੱਲਦਾ। सो आपां नूं उत्थे विचारवान बन के विश्लेषण करके अपने आप नूं सुखी करन दी लोड़ है। सुखी तां होवांगे जे जीवन की सच्चाई नूं प्रवान करांगे। सच्चाई प्रवान कीते बिना गल नहीं बनदी। ते जीवन की सच्चाई ये है कि दोवें ही गलत गल्लां सिखा सकदे ने
ਤੇ ਨਹੀਂ ਵੀ ਸਿਖਾ ਸਕਦੇ।